ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ ਵਿਦ ਆਵਰ ਸੈਕਿੰਡ ਲੈਕਚਰ ਇਨ ਕੰਪਿਊਟਰ ਪ੍ਰੋਗਰਾਮਿੰਗ ਯੂਜ਼ਿੰਗ ਸੀ ਲੈਂਗੁਏਜ। ਸੋ ਫਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕੁਝ ਡੈਫੀਨੇਸ਼ਨਸ ਰਿਲੇਟਿਡ ਟੂ ਕੰਪਿਊਟਰ ਪ੍ਰੋਗਰਾਮਿੰਗ। ਉਦੋਂ ਬਾਅਦ ਆਪਾਂ ਡਿਸਕਸ ਕੀਤਾ ਸੀ ਅਬਾਊਟ ਦੀ ਸਟੈਪਸ ਰਿਕੁਆਇਰਡ ਫॉर ਦੀ ਡਿਵੈਲਪਮੈਂਟ ਆਫ ਪ੍ਰੋਗਰਾਮ ਇਨ ਐਨੀ ਆਫ ਦੀ ਲੈਂਗੁਏਜ। ਉਦੋਂ ਬਾਅਦ ਆਪਾਂ ਸਟਾਰਟ ਕੀਤਾ ਸੀ ਵਿਦ ਐਨ ਐਲਗੋਰਿਥਮ। ਸੋ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਵਿਦ ਦੀ ਫਲੋ ਚਾਰਟਸ। ਸੋ ਸਭ ਤੋਂ ਪਹਿਲਾਂ ਫਲੋ ਚਾਰਟਸ ਕੀ ਨੇ? ਫਲੋ ਚਾਰਟਸ ਇਜ਼ ਅ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਆਫ ਸੀਕੁਐਂਸ ਆਫ ਲੌਜੀਕਲ ਸਟੈਪਸ ਆਫ ਅ ਪ੍ਰੋਗਰਾਮ। ਸੋ ਜਦੋਂ ਆਪਾਂ ਐਲਗੋਰਿਦਮ ਦੀ ਡੈਫੀਨੇਸ਼ਨ ਪੜ੍ਹੀ ਸੀ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਵੀ ਜਦੋਂ ਵੀ ਕੋਈ ਪ੍ਰੋਗਰਾਮ ਕਿਸੇ ਵੀ ਲੈਂਗੁਏਜ ਦੇ ਵਿੱਚ ਆਪਾਂ ਡਿਵੈਲਪ ਕਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਉਹਦਾ ਇੱਕ ਐਲਗੋਰਿਦਮ ਪ੍ਰਿਪੇਅਰ ਕਰਦੇ ਹਾਂ ਜਿਹਦੇ ਵਿੱਚ ਜਿੰਨੀਆਂ ਵੀ ਇੰਸਟਰਕਸ਼ਨਸ ਉਸ ਪ੍ਰੋਗਰਾਮ ਦੇ ਵਿੱਚ ਯੂਜ਼ ਹੋਣੀਆਂ ਨੇ ਉਹਨਾਂ ਨੂੰ ਆਪਾਂ ਇੱਕ ਪ੍ਰੋਪਰ ਸੀਕੁਐਂਸ ਦੇ ਵਿੱਚ ਨੋਟ ਡਾਊਨ ਕਰਦੇ ਹਾਂ। ਸੋ ਉਹ ਸਾਰੀਆਂ ਇੰਸਟਰਕਸ਼ਨਸ ਨੂੰ ਜਦੋਂ ਆਪਾਂ ਇੱਕ ਡਾਇਗਰਾਮੈਟੀਕਲ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਾਂਗੇ ਤਾਂ ਉਹਨੂੰ ਫਲੋ ਚਾਰਟ ਕਿਹਾ ਜਾਂਦਾ ਹੈ। ਸੋ ਫਲੋ ਚਾਰਟ ਬੇਸਿਕਲੀ ਸਿੰਪਲ ਜਿਓਮੈਟ੍ਰਿਕ ਸ਼ੇਪਸ ਨੂੰ ਯੂਜ਼ ਕਰਦੇ ਨੇ ਕਿਸੇ ਵੀ ਪ੍ਰੋਸੈਸ ਨੂੰ ਡਿਫਾਈਨ ਕਰਨ ਵਾਸਤੇ, ਅਤੇ ਐਰੋਜ਼ ਨੂੰ ਯੂਜ਼ ਕਰਦੇ ਨੇ ਟੂ ਸ਼ੋ ਦੀ ਰਿਲੇਸ਼ਨਸ਼ਿਪ ਐਂਡ ਦੀ ਫਲੋ ਆਫ ਦੀ ਡਾਟਾ। ਕਲੀਅਰ? ਸੋ ਨੈਕਸਟ ਆਪਾਂ ਡਿਸਕਸ ਕਰਾਂਗੇ ਜੀ ਗਾਈਡਲਾਈਨਸ ਫॉर ਡਰਾਇੰਗ ਦੀ ਫਲੋ ਚਾਰਟ। ਗਾਈਡਲਾਈਨਸ ਮੀਨਸ ਜਿਹੜੀਆਂ ਆਪਾਂ ਸ਼ੇਪਸ ਜਾਂ ਸਿੰਬਲਸ ਯੂਜ਼ ਕਰਦੇ ਹਾਂ ਕਿਸੇ ਵੀ ਫਲੋ ਚਾਰਟ ਨੂੰ ਪਲਾਟ ਕਰਨ ਲਈ। ਸੋ ਸਭ ਤੋਂ ਪਹਿਲਾ ਜਿਹੜਾ ਸਿੰਬਲ ਹੈ ਉਹਨੂੰ ਆਪਾਂ ਟਰਮੀਨੇਟਰ ਸਿੰਬਲ ਕਹਿੰਦੇ ਹਾਂ। ਟਰਮੀਨੇਟਰ ਬੇਸਿਕਲੀ ਯੂਜ਼ ਕਰਦੇ ਹਾਂ ਕਿਸੇ ਵੀ ਫਲੋ ਚਾਰਟ ਦੇ ਸਟਾਰਟਿੰਗ ਅਤੇ ਐਂਡ ਦੇ ਵਿੱਚ। ਜਦੋਂ ਵੀ ਆਪਾਂ ਫਲੋ ਚਾਰਟ ਸਟਾਰਟ ਕਰਨਾ ਹੈ ਤਾਂ ਆਪਾਂ ਸਟਾਰਟ ਸਿੰਬਲ ਦੇ ਨਾਲ ਯੂਜ਼ ਕਰਾਂਗੇ, ਦੈਟ ਇਜ਼ ਬੇਸਿਕਲੀ ਰਿਪਰੈਜ਼ੈਂਟਡ ਬਾਈ ਦੀ ਓਵਲ ਸ਼ੇਪ। ਅਤੇ ਜਦੋਂ ਵੀ ਆਪਾਂ ਫਲੋ ਚਾਰਟ ਨੂੰ ਐਂਡ ਕਰਨਾ ਹੈ ਅੱਗੇ ਜਾ ਕੇ ਜਦੋਂ ਆਪਾਂ ਇਹਦੀ ਐਗਜ਼ੈਂਪਲ ਪੜ੍ਹਾਂਗੇ, ਐਗਜ਼ੈਂਪਲ ਡਿਸਕਸ ਕਰਾਂਗੇ ਤਾਂ ਉਹਦੇ ਵਿੱਚ ਤੁਸੀਂ ਦੇਖੋਗੇ ਆਪਾਂ ਕੋਈ ਵੀ ਫਲੋ ਚਾਰਟ ਜਿਹਦੀ ਐਗਜ਼ੈਂਪਲ ਡਿਸਕਸ ਕਰ ਰਹੇ ਹਾਂ ਉਹਨੂੰ ਸਭ ਤੋਂ ਪਹਿਲਾਂ ਸਟਾਰਟ ਕਰ ਰਹੇ ਹਾਂ ਵਿਦ ਦੀ ਓਵਲ ਸ਼ੇਪ ਐਂਡ ਸਭ ਤੋਂ ਲਾਸਟ 'ਤੇ ਉਹਨੂੰ ਆਪਾਂ ਐਂਡ ਕਰ ਰਹੇ ਹਾਂ ਵਿਦ ਦੀ ਸੇਮ ਓਵਲ ਸ਼ੇਪ। ਇਜ਼ ਇਟ ਕਲੀਅਰ? ਸੋ ਜਦੋਂ ਵੀ ਫਲੋ ਚਾਰਟ ਸਟਾਰਟ ਕਰਨਾ ਜਾਂ ਐਂਡ ਕਰਨਾ ਉਹਨੂੰ ਆਪਾਂ ਟਰਮੀਨੇਟਰ ਸਿੰਬਲ ਦੇ ਨਾਲ ਸਟਾਰਟਅਪ ਜਾਂ ਐਂਡਿੰਗ ਕਰਦੇ ਹਾਂ। ਸੈਕਿੰਡ ਜਿਹੜਾ ਸਿੰਬਲ ਹੈ ਐਕਸ਼ਨ ਔਰ ਪ੍ਰੋਸੈਸ ਸਿੰਬਲ, ਜਿਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਰੈਕਟੈਂਗਲ ਸ਼ੇਪ ਦੇ ਨਾਲ। ਪ੍ਰੋਸੈਸ ਸਿੰਬਲ ਦਾ ਮਤਲਬ ਕੀ ਹੈ? ਫੋਰ ਐਗਜ਼ਾਮਪਲ ਮੈਂ ਦੋ ਨੰਬਰਸ ਨੂੰ ਮਲਟੀਪਲਾਈ ਕਰਨਾ ਹੈ। ਸੋ ਦੋ ਨੰਬਰਸ ਨੂੰ ਮਲਟੀਪਲਾਈ ਕਰ ਲਈਏ, ਮੈਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ? ਦੋ ਨੰਬਰਸ ਇਨਪੁਟ ਕਰਵਾਉਣੇ ਪੈਣਗੇ। ਠੀਕ ਹੈ ਜੀ। ਜਦੋਂ ਦੋ ਨੰਬਰਸ ਇਨਪੁਟ ਕਰਵਾਤੇ ਉਦੋਂ ਬਾਅਦ ਮੈਂ ਉਹਨਾਂ ਦੀ ਇੰਸਟਰਕਸ਼ਨ ਦਿਆਂਗਾ ਜਿਹਦੇ ਵਿੱਚ ਮੈਂ ਉਹ ਦੋ ਨੰਬਰਸ ਜਿਹੜੇ ਇਨਪੁਟ ਕਰਾਏ ਆ ਉਹਨਾਂ 'ਤੇ ਮਲਟੀਪਲੀਕੇਸ਼ਨ ਆਪਰੇਸ਼ਨ ਪਰਫੋਰਮ ਕਰਾਂਗਾ। ਸੋ ਉਹਨੂੰ ਆਪਾਂ ਇੱਕ ਪ੍ਰੋਸੈਸ ਨਾਲ ਡਿਫਾਈਨ ਕਰਦੇ ਹਾਂ। ਪ੍ਰੋਸੈਸ ਕੀ ਹੈ? ਦੋ ਨੰਬਰਸ ਨੂੰ ਆਪਾਂ ਮਲਟੀਪਲਾਈ ਕਰ ਰਹੇ ਹਾਂ। ਸੋ ਉਹਦੇ ਵਾਸਤੇ ਜਿਹੜੀ ਇੰਸਟਰਕਸ਼ਨ ਹੈ ਉਹਨੂੰ ਮੈਂ ਇਸ ਸਿੰਬਲ ਦੇ ਨਾਲ, ਇਸ ਸਿੰਬਲ ਦੀ ਹੈਲਪ ਦੇ ਨਾਲ ਰਿਪਰੈਜ਼ੈਂਟ ਕਰਾਂਗਾ। ਸੋ ਨੈਕਸਟ ਹੈ ਆਪਣੇ ਕੋਲ ਡਿਸੀਜ਼ਨ ਸਿੰਬਲ। ਡਿਸੀਜ਼ਨ ਸਿੰਬਲ ਯੂਜੂਅਲੀ ਡਾਇਮੰਡ ਸ਼ੇਪ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਅਤੇ ਇਹਨੂੰ ਆਪਾਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਆਪਣੇ ਕੋਲ ਕੰਡੀਸ਼ਨਸ ਆ ਜਾਂਦੀਆਂ ਨੇ। ਕੰਡੀਸ਼ਨਸ ਮੀਨਸ ਜਿੱਥੇ ਆਪਾਂ ਇਫ ਐਲਸ ਸਟੇਟਮੈਂਟਸ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਮੇਰੇ ਕੋਲ ਕੋਈ ਨੰਬਰ ਹੈ, ਮੈਂ ਉਹਨੂੰ ਚੈੱਕ ਕਰਨਾ ਹੈ ਉਹ ਨੰਬਰ ਈਵਨ ਹੈ ਜਾਂ ਔਡ ਹੈ। ਸੋ ਇੱਥੇ ਕੀ ਹੈ, ਮੇਰੇ ਕੋਲ ਇੱਕ ਕੰਡੀਸ਼ਨ ਆ ਗਈ ਜਿੱਥੇ ਮੈਂ ਚੈੱਕ ਕਰਨਾ ਜਿਹੜਾ ਨੰਬਰ ਮੈਂ ਇਨਪੁਟ ਕਰਵਾਇਆ ਉਹ ਈਵਨ ਹੈ ਜਾਂ ਔਡ ਹੈ। ਸੋ ਉਸ ਕੰਡੀਸ਼ਨ ਦੇ ਵਿੱਚ ਆਪਾਂ ਡਿਸੀਜ਼ਨ ਸਿੰਬਲ ਯੂਜ਼ ਕਰਾਂਗੇ। ਸੋ ਨੈਕਸਟ ਵਨ ਇਜ਼ ਡਾਕੂਮੈਂਟ ਸਿੰਬਲ। ਜਿਹੜਾ ਡਾਕੂਮੈਂਟ ਸਿੰਬਲ ਹੈ ਇਹ ਬੇਸਿਕਲੀ ਯੂਜ਼ ਕੀਤਾ ਜਾਂਦਾ ਹੈ ਟੂ ਰਿਪਰੈਜ਼ੈਂਟ ਦੀ ਇਨਪੁਟ ਔਰ ਆਊਟਪੁੱਟ ਆਫ ਅ ਡਾਕੂਮੈਂਟ। ਕਿਸੇ ਵੀ ਡਾਕੂਮੈਂਟ ਦੀ ਇਨਪੁੱਟ ਜਾਂ ਆਊਟਪੁੱਟ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਡਾਕੂਮੈਂਟ ਰਿਸੀਵ ਕੀਤਾ ਹੈ ਜਾਂ ਡਾਕੂਮੈਂਟ ਸੈਂਡ ਕੀਤਾ ਹੈ ਉਹਦੇ ਵਾਸਤੇ ਆਪਾਂ ਇਹ ਵਾਲੇ ਸਿੰਬਲ ਦੀ ਵਰਤੋਂ ਕਰਦੇ ਹਾਂ। ਦੈਨ ਨੈਕਸਟ ਵੀ ਹੈਵ ਇਨਪੁੱਟ ਓਬਲੀਕ ਆਊਟਪੁੱਟ ਸਿੰਬਲ। ਸੋ ਇਨਪੁੱਟ ਓਬਲੀਕ ਆਊਟਪੁੱਟ ਸਿੰਬਲ ਕਿੱਥੇ ਯੂਜ਼ ਕਰਦੇ ਹਾਂ? ਫੋਰ ਐਗਜ਼ਾਮਪਲ ਜੇ ਮੈਂ ਦੋ ਨੰਬਰਸ ਨੂੰ ਮਲਟੀਪਲਾਈ ਕਰਨਾ ਹੈ, ਦੋ ਨੰਬਰਸ ਨੂੰ ਐਡ ਕਰਨਾ ਹੈ, ਦੋ ਨੰਬਰਸ ਨੂੰ ਸਬਟਰੈਕਟ ਕਰਨਾ ਹੈ। ਸੋ ਉੱਥੇ ਸਭ ਤੋਂ ਪਹਿਲਾਂ ਮੇਰਾ ਏਮ ਜਾਂ ਮੇਰਾ ਟਾਰਗੇਟ ਕੀ ਹੋਏਗਾ? ਜਿਹੜੇ ਨੰਬਰਸ 'ਤੇ ਮੈਂ ਕੋਈ ਵੀ ਆਪਰੇਸ਼ਨ ਪਰਫੋਰਮ ਕਰਨਾ ਹੈ, ਫੋਰ ਐਗਜ਼ਾਮਪਲ ਐਡੀਸ਼ਨ ਜਾਂ ਸਬਟਰੈਕਸ਼ਨ ਦਾ, ਉਹ ਦੋ ਨੰਬਰਸ ਨੂੰ ਮੈਂ ਇਨਪੁੱਟ ਕਰਵਾਵਾਂ। ਸੋ ਉਹਦੇ ਵਾਸਤੇ ਮੈਂ ਇਸ ਸਿੰਬਲ ਦੀ ਵਰਤੋਂ ਕਰਦਾ ਹਾਂ। ਆਫਟਰ ਦੈਟ ਜਦੋਂ ਮੈਂ ਉਹਨਾਂ 'ਤੇ ਕੋਈ ਵੀ ਆਪਰੇਸ਼ਨ ਪਰਫੋਰਮ ਕਰਤਾ ਤਾਂ ਮੈਂ ਉਹਦਾ ਜਿਹੜਾ ਰਿਜ਼ਲਟੈਂਟ ਹੈ ਉਹਨੂੰ
ਆਊਟਪੁੱਟ ਸਕਰੀਨ ਤੇ ਡਿਸਪਲੇ ਕਰਨਾ ਹੈ। ਸੋ ਉਹਦੇ ਵਾਸਤੇ ਵੀ ਮੈਂ ਆਊਟਪੁੱਟ ਸਿੰਬਲ ਦੀ ਜਿਹੜੀ ਹੈ ਵਰਤੋਂ ਕਰਦਾ ਹਾਂ। ਉਦੋਂ ਬਾਅਦ ਨੈਕਸਟ ਹੈ ਆਪਣੇ ਕੋਲੇ ਕਨੈਕਟਰ ਸਿੰਬਲ। ਕਨੈਕਟਰ ਸਿੰਬਲ ਬੇਸਿਕਲੀ ਆਪਾਂ ਯੂਜ਼ ਕਰਦੇ ਹਾਂ ਦੋ ਜਾਂ ਦੋ ਤੋਂ ਜ਼ਿਆਦਾ ਕਿਸੇ ਵੀ ਜਦੋਂ ਫਲੋ ਚਾਰਟ ਦੇ ਪਾਰਟਸ ਹੁੰਦੇ ਨੇ ਉਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਵਾਸਤੇ ਆਪਾਂ ਕਨੈਕਟਰ ਸਿੰਬਲ ਦੀ ਹੈਲਪ ਲੈਂਦੇ ਹਾਂ। ਦੈਨ ਨੈਕਸਟ ਹੈ ਆਪਣੇ ਕੋਲੇ ਫਲੋ ਲਾਈਨ ਸਿੰਬਲ। ਫਲੋ ਲਾਈਨ ਸਿੰਬਲ ਬੇਸਿਕਲੀ ਇੱਕ ਐਰੋ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਤੇ ਐਰੋ ਰਿਪਰੈਜ਼ੈਂਟ ਕਰਦਾ ਹੈ ਡਾਇਰੈਕਸ਼ਨ ਆਫ ਫਲੋ ਔਰ ਦੀ ਡਾਇਰੈਕਸ਼ਨ ਆਫ ਦੀ ਸੀਕੁਐਂਸ ਆਫ ਦੀ ਸਟੈਪਸ ਔਰ ਇੰਸਟਰਕਸ਼ਨਸ। ਮਤਲਬ ਜਿਹੜੀਆਂ ਆਪਾਂ ਇੰਸਟਰਕਸ਼ਨਸ ਲਿਖੀਆਂ ਨੇ ਉਹਨੂੰ ਐਗਜ਼ੀਕਿਊਟ ਕਰਨ ਵਾਸਤੇ ਟੌਪ ਟੂ ਬਾਟਮ ਸਟ੍ਰੈਟਜੀ ਫੋਲੋ ਕੀਤੀ ਜਾਏਗੀ ਜਾਂ ਕੋਈ ਹੋਰ ਵੇ ਆਊਟ ਫੋਲੋ ਕੀਤਾ ਜਾਏਗਾ। ਦੈਟ ਇਜ਼ ਯੂਜੂਅਲੀ ਰਿਪਰੈਜ਼ੈਂਟਡ ਬਾय ਦਿਸ ਫਲੋ ਲਾਈਨ ਸਿੰਬਲ। ਉਦੋਂ ਬਾਅਦ ਆਪਣੇ ਕੋਲੇ ਨੈਕਸਟ ਹੈ ਡਿਲੇ ਸਿੰਬਲ। ਡਿਲੇ ਸਿੰਬਲ ਇੱਕ ਡਿਲੇ ਨੂੰ ਇੰਟਰੋਡਿਊਸ ਕਰਾਉਣ ਵਾਸਤੇ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਪ੍ਰੋਸੈਸ ਦੇ ਵਿੱਚ ਜਦੋਂ ਡਿਲੇ ਇੰਟਰੋਡਿਊਸ ਕਰਵਾਉਣੀ ਹੋਵੇ ਉੱਥੇ ਆਪਾਂ ਡਿਲੇ ਸਿੰਬਲ ਦੀ ਵਰਤੋਂ ਕਰਦੇ ਹਾਂ। ਦੈਨ ਵੀ ਹੈਵ ਸਮ ਕਾਮਨ ਫਲੋ ਚਾਰਟ ਸਿੰਬਲਸ। ਹੁਣ ਜਿਹੜੇ ਆਪਾਂ ਅੱਗੇ ਜਾ ਕੇ ਜਿਹੜੀਆਂ ਐਗਜ਼ਾਮਪਲਸ ਆਪਾਂ ਡਿਸਕਸ ਕਰਨੀਆਂ ਨੇ, ਦੋ ਨੰਬਰਸ ਨੂੰ ਐਡ ਕਰਨਾ, ਸਿੰਪਲ ਇੰਟਰਸਟ ਕੈਲਕੂਲੇਟ ਕਰਨਾ, ਦੋ ਨੰਬਰਸ ਨੂੰ ਮਲਟੀਪਲਾਈ ਕਰਨਾ, ਉਹਦੇ ਵਿੱਚ ਆਪਾਂ ਦੇਖਾਂਗੇ ਵੀ ਇਹਨਾਂ ਦੇ ਵਿੱਚੋਂ ਕੁਝ ਸਟੈਂਡਰਡ ਸਿੰਬਲਸ ਨੇ ਜਿਨ੍ਹਾਂ ਨੂੰ ਆਪਾਂ ਰਿਪੀਟਡਲੀ ਯੂਜ਼ ਕਰਦੇ ਹਾਂ ਟੂ ਪਲਾਟ ਐਨੀ ਆਫ ਦੀ ਫਲੋ ਚਾਰਟ ਫॉर ਐਨੀ ਆਫ ਦੀ ਪ੍ਰੋਗਰਾਮ। ਇਜ਼ ਇਟ ਕਲੀਅਰ? ਸੋ ਉਹਨਾਂ ਦੇ ਵਿੱਚ ਆਹ ਵਾਲੇ ਕੁਝ ਕਾਮਨ ਫਲੋ ਚਾਰਟ ਸਿੰਬਲਸ ਨੇ ਜਿਵੇਂ ਕਿ ਸਟਾਰਟ ਐਂਡ ਹੋ ਗਿਆ, ਐਰੋ ਹੋ ਗਿਆ, ਇਨਪੁਟ ਆਊਟਪੁੱਟ ਹੋ ਗਿਆ, ਪ੍ਰੋਸੈਸ ਹੋ ਗਿਆ, ਦੈਨ ਫਾਈਨਲੀ ਡਿਸੀਜ਼ਨ ਹੋ ਗਿਆ। ਕਲੀਅਰ? ਉਦੋਂ ਬਾਅਦ ਹੁਣ ਆਪਾਂ ਡਿਸਕਸ ਕਰਾਂਗੇ ਜੀ ਇੱਕ ਦੋ ਐਗਜ਼ਾਮਪਲਸ ਫਲੋ ਚਾਰਟ ਦੀਆਂ। ਸੋ ਸਭ ਤੋਂ ਪਹਿਲੀ ਐਗਜ਼ਾਮਪਲ ਹੈ ਦੋ ਨੰਬਰਸ ਨੂੰ ਐਡ ਕਰਨਾ। ਸੋ ਉਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਟਰਮੀਨੇਟਰ ਸਿੰਬਲ ਯੂਜ਼ ਕਰਾਂਗੇ ਰਿਪਰੈਜ਼ੈਂਟਡ ਬਾय ਓਵਲ ਸ਼ੇਪ, ਜਿਹਦੇ ਨਾਲ ਫਲੋ ਚਾਰਟ ਇੰਡੀਕੇਟ ਕਰੇਗਾ ਵੀ ਫਲੋ ਚਾਰਟ ਸਟਾਰਟ ਹੋ ਰਿਹਾ ਹੈ। ਉਦੋਂ ਬਾਅਦ ਆਪਣਾ ਟਾਰਗੇਟ ਕੀ ਹੋਏਗਾ, ਜਿਹੜੇ ਦੋ ਨੰਬਰਸ ਤੇ ਐਡੀਸ਼ਨ ਆਪਰੇਸ਼ਨ ਪਰਫਾਰਮ ਕਰਨਾ ਹੈ ਉਹ ਦੋ ਨੰਬਰਸ ਨੂੰ ਇਨਪੁਟ ਕਰਵਾਉਣਾ। ਉਹਦੇ ਵਾਸਤੇ ਇਨਪੁਟ ਸਿੰਬਲ ਦੀ ਵਰਤੋਂ ਕਰਾਂਗੇ ਜਿਵੇਂ ਕਿ ਇਹਨੇ ਮੈਂਸ਼ਨ ਕੀਤਾ ਹੈ ਰੀਡ ਏ ਤੇ ਰੀਡ ਬੀ। ਰੀਡ ਏ ਇੱਕ ਏ ਵੇਰੀਏਬਲ ਹੈ, ਰੀਡ ਬੀ ਇੱਕ ਬੀ ਵੇਰੀਏਬਲ ਹੈ। ਦੈਟ ਮੀਨਸ ਇੱਕ ਦੋ ਵੇਰੀਏਬਲਸ ਕੰਸੀਡਰ ਕਰ ਲਏ। ਹੁਣ ਵੇਰੀਏਬਲਸ ਕੀ ਨੇ ਬੇਸਿਕਲੀ, ਕਹਿੰਦਾ ਜਦੋਂ ਵੀ ਆਪਾਂ ਕੰਪਿਊਟਰ ਦੇ ਵਿੱਚ ਕੋਈ ਵੀ ਡਾਟਾ ਇਨਪੁਟ ਕਰਦੇ ਹਾਂ ਤਾਂ ਜਿਹੜਾ ਡਾਟਾ ਹੈ ਬੇਸਿਕਲੀ ਉਹਦੀ ਮੈਮਰੀ ਦੇ ਵਿੱਚ ਸਟੋਰ ਹੁੰਦਾ ਹੈ। ਸੋ ਮੈਮਰੀ ਦੇ ਵਿੱਚ ਕਿੰਨੀਆਂ ਲੋਕੇਸ਼ਨਸ ਨੇ, देयर आर n नंबर ऑफ लोकेशंस इन दी कंप्यूटर मैमरी। सो कित्थे जाके स्टोर होया इस करके आपां उहनूं एक नाम असाइन कर दिंदे हां जिन्हों आपां वेरीएबल नाल डिफाइन करते हैं। ठीक है, सो दो वेरीएबल्स लै लए, ए वेरीएबल एज वेल एज बी वेरीएबल। सो दो वैल्यूज़ नूं इनपुट कराया यूजिंग दी इनपुट सिंबल। उदों बाद अगला मेरा टारगेट की होएगा, जदों दो वैल्यूज़ मैं इनपुट करवा लियां तां दोनों वैल्यूज़ नूं मैं हुण ऐड करना है। ਉਹਦੇ ਵਾਸਤੇ मैं ਕਿਹੜਾ ਸਿੰਬਲ यूज़ करूँगा जी, एक्शन और प्रोसैस सिंबल। क्योंकि मैं हुण जिहड़ी इंस्ट्रक्शन देनी है वो ये है भी थर्ड वेरीएबल जिहदे विच मैं रिजल्टेंट स्टोर करना है, दैट इज़ इक्वलेंट टू ए प्लस बी। ए प्लस बी मीनस आई हैव टू परफॉर्म द एडिशन ऑपरेशन। इज इट क्लीयर? सो जिहड़ी वैल्यू मैं ए वेरीएबल दे विच स्टोर कीती ਤੇ ਜਿਹੜੀ ਵੈਲਿਊ ਮੈਂ ਬੀ ਵੇਰੀਏਬਲ ਦੇ ਵਿੱਚ ਸਟੋਰ ਕੀਤੀ, ਦੋਨਾਂ ਵੈਲਿਊਜ਼ ਤੇ ਐਡੀਸ਼ਨ ਆਪਰੇਸ਼ਨ ਪਰਫਾਰਮ ਕਰਕੇ ਜਿਹੜਾ ਉਹਨਾਂ ਦਾ ਰਿਜ਼ਲਟੈਂਟ ਹੈ ਦੈਟ ਹੈਜ਼ ਟੂ ਬੀ ਸਟੋਰਡ ਇਨ ਦੀ ਥਰਡ ਸੀ ਵੇਰੀਏਬਲ ਔਰ ਕੈਲਕੂਲੇਟ ਵੇਰੀਏਬਲ। ਇਜ਼ ਇਟ ਕਲੀਅਰ? ਹੁਣ ਮੇਰਾ ਲਾਸਟ ਸਟੈਪ ਜਾਂ ਲਾਸਟ ਏਮ ਜਾਂ ਲਾਸਟ ਟਾਰਗੇਟ ਕੀ ਹੋਏਗਾ ਵੀ ਜਦੋਂ ਮੈਂ ਦੋਨਾਂ ਤੇ ਐਡੀਸ਼ਨ ਆਪਰੇਸ਼ਨ ਪਰਫਾਰਮ ਕਰਤਾ ਤੇ ਮੈਂ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਐਡੀਸ਼ਨ ਦਾ ਉਹਨੂੰ ਡਿਸਪਲੇ ਕਰਨਾ ਹੈ। ਅਗੇਨ ਫॉर दैट मैं आउटपुट सिंबल की हैल्प लवांगा। दैन फाइनली जदों मैं रिजल्ट डिस्पले करता तो मैं फ्लो चार्ट नूं एंड करना है, उहदे वास्ते मैं टर्मीनेटर सिंबल जिहदे विच मैं एंड नाल रिप्रजेंट करांगा। इज इट क्लीयर? दैन सेकेंड है कैलकुलेटिंग दी सिंपल इंटरस्ट। हुण जदों सिंपल इंटरस्ट कैलकुलेट करना एंड वी नो दैट द फार्मूला ऑफ सिंपल इंटरस्ट इज़ प्रिंसीपल रेट टाइम पीरियड ओवर 100। सो ਉਹਦੇ ਵਿੱਚ ਆਪਾਂ ਕਿਹੜੀ ਵੈਲਿਊਜ਼ ਇਨਪੁਟ ਕਰਾਂਗੇ। ਸਭ ਤੋਂ ਪਹਿਲਾਂ ਪ੍ਰਿੰਸੀਪਲ ਅਮਾਊਂਟ ਜਿਹੜੀ ਹੈ ਉਹ ਇਨਪੁਟ ਕਰਾਂਗੇ, ਦੈਨ ਰੇਟ ਆਫ ਇੰਟਰਸਟ ਇਨਪੁਟ ਕਰਾਂਗੇ, ਦੈਨ ਟਾਈਮ ਪੀਰੀਅਡ, ਤੁਸੀਂ ਕਿੰਨੇ ਟਾਈਮ ਪੀਰੀਅਡ ਲਈ ਆਪਣੀ ਜਿਹੜੀ ਅਮਾਊਂਟ ਹੈ ਉਹਨੂੰ ਉੱਥੇ ਸੇਵ ਕਰ ਰਹੇ ਹੋ ਉਹ ਆਪਾਂ ਇਨਪੁਟ ਕਰਵਾਵਾਂਗੇ। ਉਹਦੇ ਵਾਸਤੇ ਅਗੇਨ
ਇਨਪੁਟ ਬਾਕਸ ਜਿਹੜਾ ਇਨਪੁਟ ਸਿੰਬਲ ਹੈ ਉਹਨੂੰ ਯੂਜ਼ ਕਰਾਂਗੇ। ਆਫਟਰ ਦੈਟ ਵੀ ਹੈਵ ਟੂ ਪਰਫਾਰਮ ਦੀ ਕੈਲਕੂਲੇਸ਼ਨ, ਦੈਟ ਮੀਨਸ ਵੀ ਹੈਵ ਟੂ ਕੈਲਕੂਲੇਟ ਦੀ ਸਿੰਪਲ ਇੰਟਰਸਟ। ਫॉर दैट ਵੀ ਹੈਵ ਟੂ ਇੰਪਲੀਮੈਂਟ ਦੀ ਫਾਰਮੂਲਾ देयर। ਜਦੋਂ ਆਪਾਂ ਕੋਈ ਵੀ ਫਾਰਮੂਲਾ ਇੰਪਲੀਮੈਂਟ ਕਰਨਾ ਹੈ, ਦੈਟ ਮੀਨਸ ਆਪਾਂ ਐਕਸ਼ਨ ਜਾਂ ਪ੍ਰੋਸੈਸ ਬਾਕਸ ਜਿਹੜਾ ਹੈ ਉੱਥੇ ਯੂਜ਼ ਕਰਾਂਗੇ, ਜਿਹਦੇ ਵਿੱਚ ਇਹਨਾਂ ਨੇ ਲਿਖਿਆ ਹੈ I is equal to P into R into NN। ਹੇਅਰ ਬੇਸਿਕਲੀ ਸਟੈਂਡਸ ਫॉर ਦੀ ਟਾਈਮ ਪੀਰੀਅਡ ਓਵਰ 100। ਹੁਣ ਜਦੋਂ ਸਿੰਪਲ ਇੰਟਰਸਟ ਇੱਕ ਵਾਰੀ ਕੈਲਕੂਲੇਟ ਕਰ ਲਿਆ ਤਾਂ ਉਸ ਤੋਂ ਬਾਅਦ ਮੇਰਾ ਕੀ ਏਮ ਟਾਰਗੇਟ ਹੋਏਗਾ ਕਿ ਮੈਂ ਉਹਨੂੰ ਜਿਹੜੀ ਉਹਦੀ ਵੈਲਿਊ ਹੈ ਉਹਨੂੰ ਮੈਂ ਡਿਸਪਲੇ ਕਰਾਂ ਆਊਟਪੁੱਟ ਸਕਰੀਨ 'ਤੇ। ਅਗੇਨ ਉਹਦੇ ਵਾਸਤੇ ਜਿਹੜਾ ਹੈ ਮੈਂ ਆਊਟਪੁੱਟ ਸਿੰਬਲ ਰਿਪਰੈਜ਼ੈਂਟ ਕਰਾਂਗਾ, ਆਊਟਪੁੱਟ ਸਿੰਬਲ ਯੂਜ਼ ਕਰਾਂਗਾ। ਦੈਨ ਫਾਈਨਲੀ ਐਂਡ ਆਫ ਦੀ ਫਲੋ ਚਾਰਟ। ਉਹ ਤੋਂ ਬਾਅਦ ਕੁਛ ਇਹਦੇ ਐਡਵਾਂਟੇਜਸ ਅਤੇ ਹੁਣ ਡਿਸਐਡਵਾਂਟੇਜਸ ਹੈ ਫਲੋ ਚਾਰਟਸ ਦੇ, ਜਿਹੜੇ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾ ਐਡਵਾਂਟੇਜ ਹੈ ਕਮਿਊਨੀਕੇਸ਼ਨ। ਜਿਹੜੀ ਕਮਿਊਨੀਕੇਸ਼ਨ ਹੈ ਉਹ ਫਲੋ ਚਾਰਟ ਦੇ ਨਾਲ, ਦੈਟ ਮੀਨਸ ਕਿ ਜਿਹੜਾ ਪ੍ਰੋਗਰਾਮ ਦਾ ਲੌਜਿਕ ਹੈ, ਪ੍ਰੋਗਰਾਮ ਦਾ ਏਮ ਹੈ, ਪ੍ਰੋਗਰਾਮ ਦਾ ਟਾਰਗੇਟ ਹੈ, ਉਹ ਇਸ ਫਲੋ ਚਾਰਟ ਮੀਨਸ ਇੱਕ ਪਿਕਚਰਾਈਜ਼ਡ ਰਿਪਰੈਜ਼ੈਂਟੇਸ਼ਨ ਦੇ ਨਾਲ ਬਹੁਤ ਜ਼ਿਆਦਾ ਆਸਾਨੀ ਦੇ ਨਾਲ ਸਮਝਿਆ ਜਾ ਸਕਦਾ ਹੈ। ਸੈਕਿੰਡ ਹੈ ਇਫੈਕਟਿਵ ਐਨਾਲਿਸਿਸ। ਇਫੈਕਟਿਵ ਐਨਾਲਿਸਿਸ ਅਗੇਨ ਕਹਿੰਦਾ ਜਿਹੜਾ ਏਮ ਆਫ ਦੀ ਪ੍ਰੋਗਰਾਮ ਹੈ, ਜਦੋਂ ਆਪਾਂ ਫਲੋ ਚਾਰਟ ਨੂੰ ਓਬਜ਼ਰਵ ਕਰਾਂਗੇ, ਕੁਝ ਸਟੈਂਡਰਡ ਜਿਓਮੈਟ੍ਰਿਕ ਸ਼ੇਪਸ ਨੂੰ ਆਪਾਂ ਓਬਜ਼ਰਵ ਕਰਾਂਗੇ, ਉਹਦੇ ਵਿੱਚ ਦਿੱਤੀਆਂ ਇੰਸਟਰਕਸ਼ਨਸ ਨੂੰ ਓਬਜ਼ਰਵ ਕਰਾਂਗੇ, ਤਾਂ ਆਪਾਂ ਜਿਹੜਾ ਉਹਦਾ ਏਮ ਹੈ ਉਹਨੂੰ ਬਹੁਤ ਕਨਵੀਨੀਐਂਟਲੀ ਅੰਡਰਸਟੈਂਡ ਕਰ ਸਕਦੇ ਹਾਂ ਫਲੋ ਚਾਰਟ ਦੇ ਦੈਨ ਥਰੂ। ਸੈਕਿੰਡ ਐਂਡ ਲਾਸਟ ਜਿਹੜਾ ਇਹਦਾ ਐਡਵਾਂਟੇਜ ਹੈ ਉਹ ਹੈ ਪ੍ਰੋਪਰ ਡੀਬਗਿੰਗ। ਪ੍ਰੋਪਰ ਡੀਬਗਿੰਗ ਮੀਨਸ ਇਹਦੇ ਨਾਲ ਆਪਾਂ ਨੂੰ ਜੇ ਕੋਈ ਐਰਰ ਵੀ ਆਉਂਦਾ ਹੈ ਤਾਂ ਐਰਰ ਇੰਟਰੋਡਿਊਸ, ਐਰਰ ਜਨਰੇਟ, ਐਰਰ ਨੂੰ ਡਿਟੈਕਟ ਕਰਨਾ ਕੰਪੈਰੇਟਿਵਲੀ ਬਹੁਤ ਈਜ਼ੀਅਰ ਹੋ ਜਾਂਦਾ ਹੈ। ਠੀਕ ਹੈ, ਜਦੋਂ ਆਪਾਂ ਕੰਪੇਅਰ ਕਰੀਏ ਕਿ ਆਪਾਂ ਕੋਈ ਵੀ ਐਰਰ ਜਿਹੜਾ ਹੈ ਉਹ ਇੱਕ ਜਿਹੜਾ ਆਪਾਂ ਪ੍ਰੋਗਰਾਮ ਜਿਹੜਾ ਆਪਾਂ ਕੋਡ ਲਿਖਿਆ, ਸੋਰਸ ਕੋਡ ਲਿਖਿਆ, ਉਹਦੇ ਵਿੱਚੋਂ ਡਿਟੈਕਟ ਕਰਨਾ ਹੋਵੇ। ਠੀਕ ਹੈ, ਸੋ ਇੱਦਾਂ ਹੀ ਕੁਛ ਇਹਦੀਆਂ ਡਿਸਐਡਵਾਂਟੇਜਸ ਵੀ ਨੇ ਫਲੋ ਚਾਰਟ ਦੀਆਂ। ਸੋ ਸਭ ਤੋਂ ਪਹਿਲੀ ਡਿਸਐਡਵਾਂਟੇਜ ਕੀ ਹੈ ਵੀ ਇਹ ਕੰਜ਼ਿਊਮਸ ਮੋਰ ਸਪੇਸ, ਕਿਉਂਕਿ ਇਹ ਇੱਕ ਪਿਕਚਰਾਈਜ਼ਡ ਫਾਰਮ ਹੈ, ਡਾਇਗਰਾਮੈਟੀਕਲ ਰਿਪਰੈਜ਼ੈਂਟੇਸ਼ਨ ਹੈ, ਤਾਂ ਇਹ ਸਪੇਸ ਆਕੂਪਾਈ ਜ਼ਿਆਦਾ ਕਰੇਗਾ। ਸੋ ਜਿੱਦਾਂ ਪ੍ਰੋਬਲਮ ਜਿਹੜੀ ਹੈ ਉਹ ਕੰਪਲੈਕਸ ਹੁੰਦੀ ਜਾਏਗੀ, ਉੱਦਾਂ ਜਿਹੜਾ ਫਲੋ ਚਾਰਟ ਹੈ ਉਹ ਬਹੁਤ ਜ਼ਿਆਦਾ ਐਫੀਸ਼ੀਐਂਟਲੀ ਕੰਮ ਨਹੀਂ ਕਰਦਾ, ਉੱਦਾਂ ਜਿਹੜਾ ਫਲੋ ਚਾਰਟ ਹੈ ਉਹ ਵੀ ਬਹੁਤ ਜ਼ਿਆਦਾ ਕੰਪਲੈਕਸ ਹੁੰਦਾ ਜਾਏਗਾ ਅਤੇ ਟਾਈਮ ਕੰਜ਼ਿਊਮਿੰਗ ਹੁੰਦਾ ਜਾਏਗਾ। ਠੀਕ ਹੈ, ਸੋ ਇਹ ਸੀਗਾ ਅੱਜ ਦਾ ਲੈਕਚਰ ਫਲੋ ਚਾਰਟਸ 'ਤੇ, ਜਿਹਦੇ ਵਿੱਚ ਆਪਾਂ ਸਟਾਰਟ ਕੀਤਾ ਵਿਦ ਦੀ ਡੈਫੀਨੇਸ਼ਨ ਆਫ ਦੀ ਫਲੋ ਚਾਰਟ। ਫਿਰ ਆਪਾਂ ਕੁਝ ਸਟੈਂਡਰਡ ਸਿੰਬਲਸ ਜਿਹੜੇ ਕਿ ਆਪਾਂ ਯੂਜ਼ ਕਰਨੇ ਨੇ ਫਲੋ ਚਾਰਟ ਪਲਾਟ ਕਰਨ ਲਈ, ਉਹਨਾਂ ਬਾਰੇ ਡਿਸਕਸ ਕੀਤਾ। Then after that we have discussed about the advantages and disadvantages of the flowcharts. Thank you.